ਦੋਸਤੋ ਪਾਕਿਸਤਾਨ ਦੇ ਵਿੱਚ ਹਕੂਮਤ ਦੀ ਤਬਦੀਲੀ ਦੀ ਪੇਸ਼ਗੋਈ ਹੋਈ ਹੈ ਔਰ ਇਹ ਖਾਲੀ ਨਜੂਮੀਆਂ ਦੀ ਪੇਸ਼ਗੋਈ ਨਹੀਂ ਹੈਗੀ। ਇਹਦੇ ਵਿੱਚ ਕੁਝ ਜਿਹੜੇ ਕਾਨੂੰਨੀ ਆਇਨੀ ਤੇ ਇੰਤਜ਼ਾਮੀ ਹਲਕੇ ਨੇ ਉਹਨਾਂ ਦੀ ਰਾਏ ਵੀ ਸ਼ਾਮਲ ਹੋਊਗੀ ਔਰ ਉਹ ਰਾਏ ਸ਼ਾਮਲ ਹੋਣ ਨਾਲ ਮਾਲੀ ਹਵਾਲੇ ਨਾਲ, ਮਾਸ਼ੀ ਹਵਾਲੇ ਨਾਲ ਤੇ ਸਿਆਸੀ ਹਵਾਲੇ ਨਾਲ ਪਾਕਿਸਤਾਨ ਦੇ ਵਿੱਚ ਜਿਹੜੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਉਹਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਔਰ ਇਹ ਵੀ ਵੇਖਾਂਗੇ ਕਿ ਕੀ ਵਾਕਈ ਹਕੂਮਤ ਇਹ ਜਿਹੜੀ ਹੈਗੀ ਇਹ ਮੁਸਲਿਮ ਲੀਗ ਨੂਨ ਦੀ ਇਹ ਜਾ ਸਕਦੀ। ਤੇ ਦੋ ਤਿੰਨ ਵੱਡੇ ਵੱਡੇ ਪੁਆਇੰਟ ਨੇ। ਇੱਕ ਤਾਂ ਜਿਵੇਂ ਹੀ ਇਹ ਗੱਲ ਸਾਹਮਣੇ ਆਈ ਕਿ ਹਕੂਮਤ ਜਾ ਸਕਦੀ ਤੇ ਸਟਾਕ ਮਾਰਕੀਟ ਜਿਹੜੀ ਮੁਸਲਸਲ ਉੱਤੇ ਜਾ ਰਹੀ ਸੀ ਪਿਛਲੇ ਕਈ ਮਹੀਨਿਆਂ ਤੋਂ, ਉਹਦੇ ਵਿੱਚ 1722 ਪੁਆਇੰਟ ਜਿਹੜੇ ਨੇ ਉਹ ਥੱਲੇ ਚਲੀ ਗਈ। ਇਹ ਬਹੁਤ ਵੱਡੇ ਸਰਮਾਇਆਕਾਰੀ ਨਿਕਲ ਗਈ ਇਹਦੇ ਵਿੱਚੋਂ, ਸਟਾਕ ਮਾਰਕੀਟ ਦੇ ਵਿੱਚੋਂ। ਉਸ ਤੋਂ ਬਾਅਦ ਖਾਜਾ ਆਸਫ ਜਿਹੜੇ ਹਕੂਮਤ ਦੇ ਉਹ ਵਜ਼ੀਰ ਸ਼ੁਮਾਰ ਹੁੰਦੇ ਨੇ ਜਿਹਨੂੰ ਅੰਦਰ ਦੀਆਂ ਖਬਰਾਂ ਹੁੰਦੀਆਂ ਨੇ ਤੇ ਕਈ ਦਫਾ ਬਾਕੀ ਵਜ਼ੀਰਾਂ ਨੂੰ ਪਤਾ ਨਹੀਂ ਹੁੰਦਾ ਗੱਲ ਦਾ, ਲੇਕਿਨ ਖਾਜਾ ਆਸਫ ਨੂੰ ਪਤਾ ਹੁੰਦਾ ਤੇ ਉਹ ਗੱਲ ਕਰ ਵੀ ਦਿੰਦੇ। ਤੇ ਉਹਨਾਂ ਨੇ ਕਿਹਾ ਕਿ ਕਨਸਟੀਟਿਊਸ਼ਨਲ ਮੈਲਟ ਡਾਊਨ ਜਿਹੜਾ ਹੈ ਉਹ ਹੋ ਰਿਹਾ ਹੈ, ਯਾਨੀ ਆਇਨੀ ਮੈਲਟ ਡਾਊਨ, ਆਇਨ ਜਿਹੜਾ ਹੈ ਉਹ ਟੁੱਟ ਰਿਹਾ ਹੈ। ਆਇਨ ਟੁੱਟਣ ਤੋਂ ਦੋ ਤਿੰਨ ਮਤਲਬ ਹੋ ਸਕਦੇ ਨੇ। ਇੱਕ ਤਾਂ ਇਹ ਵੇ ਕਿ ਆਇਨ ਦੇ ਮੁਤਾਬਕ ਜਿਹੜੇ ਇਦਾਰਿਆਂ ਨੂੰ ਜੋ ਡਿਊਟੀ ਦਿੱਤੀ ਗਈ ਹੈ, ਜੋ ਇਖਤਿਆਰ ਦਿੱਤਾ ਗਿਆ ਵੇ, ਉਹ ਇਖਤਿਆਰ ਉਹ ਨਹੀਂ ਨਿਭਾ ਸਕਣਗੇ। ਇੱਕ ਤਾਂ ਇਹ ਵੇ। ਦੂਜਾ, ਆਇਨ ਨੇ ਪਾਰਲੀਮੈਂਟ ਨੂੰ ਜਿਹੜੀ ਬਾਲਾਦਸਤੀ ਦਿੱਤੀ ਹੈ ਉਹ ਨਹੀਂ ਰਵੇਗੀ, ਇਹ ਹੋ ਸਕਦਾ। ਤੀਸਰਾ ਇਹ ਵੇ ਕਿ ਮੁਸਲਸਲ ਆਇਨ ਨੇ ਜੋ ਕੁਝ ਕਿਹਾ ਉਹਦੀ ਖਿਲਾਫ ਵਰਜ਼ੀ ਕੀਤੀ ਜਾਏਗੀ ਤੇ ਐਸਾ ਨਿਜ਼ਾਮ ਆਏਗਾ। ਤੇ ਇਹਨੇ ਵੀ ਉਹ ਜਿਹੜਾ ਸਟਾਕ ਮਾਰਕੀਟ ਦੇ ਵਿੱਚ ਥੱਲੇ ਗਏ ਨੇ ਪੁਆਇੰਟ, ਇਹ ਖਾਜਾ ਆਸਫ ਦੀ ਜਿਹੜੀ ਗੁਫ਼ਤਗੂ ਉਹਨੇ ਵੀ ਉਹਦੇ ਵਿੱਚ ਹਿੱਸਾ ਪਾਇਆ। ਫਿਰ ਇੱਕ ਗੱਲ ਹੋਈ ਕਿ ਹਕੂਮਤ ਜਿਹੜੀ ਹੈ ਉਹ ਤਿਆਰ ਨਹੀਂ ਜ਼ਹਿਨੀ ਤੌਰ 'ਤੇ ਹਾਲੇ ਵੀ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਅਮਲ ਦਰਾਮਦ ਕਰਾਉਣ ਨੂੰ। ਜਿਹੜੇ ਮਖਸੂਸ ਨਸ਼ਿਸਤਾਂ ਦਾ ਫੈਸਲਾ ਆਇਆ ਔਰ ਕਿਹਾ ਗਿਆ ਕਿ ਤਹਿਰੀਕ ਇਨਸਾਫ ਨੂੰ ਉਹਦੀਆਂ ਮਖਸੂਸ ਨਸ਼ਿਸਤਾਂ ਦਿੱਤੀਆਂ ਜਾਣ, ਤੇ ਹਕੂਮਤ ਉਹਦੇ 'ਤੇ ਤਿਆਰ ਨਹੀਂ। ਹਕੂਮਤ ਅੱਗੇ ਕੀ ਕਰਨ ਲਈ? ਹਕੂਮਤ ਇਲੈਕਸ਼ਨ ਕਮਿਸ਼ਨ 'ਤੇ ਪਾ ਰਹੀ ਤੇ ਉਹ ਚਾਹੁੰਦੀ ਜਾਂ ਸੁਪਰੀਮ ਕੋਰਟ ਹੀ ਇਹਦਾ ਕੋਈ ਹੱਲ ਕੱਢੇ ਜਾਂ ਇਲੈਕਸ਼ਨ ਕਮਿਸ਼ਨ। ਹੁਣ ਇਲੈਕਸ਼ਨ ਕਮਿਸ਼ਨ ਦਾ ਕੱਲ੍ਹ ਇਜਲਾਸ ਹੋਇਆ ਤੇ ਇਲੈਕਸ਼ਨ ਕਮਿਸ਼ਨ ਨੇ ਉਹ ਤਾਂ ਕਿਹਾ ਕਿ ਜਨਾਬ ਅਸੀਂ ਆਇਨ ਦੀ ਕੋਈ ਖਿਲਾਫ ਵਰਜ਼ੀ ਨਹੀਂ ਕੀਤੀ, ਅਸੀਂ ਜਿਹੜਾ ਅਦਾਲਤੀ ਫੈਸਲਾ ਸੀ ਉਹਦੀ ਸਹੀ ਤਸ਼ਰੀਹ ਕੀਤੀ, ਅਸੀਂ ਤਸ਼ਰੀਹ ਗਲਤ ਨਹੀਂ ਕੀਤੀ, ਸਮਝਣ ਦੇ ਵਿੱਚ ਸਾਡੇ ਕੋਲ ਕੋਈ ਗਲਤੀ ਨਹੀਂ ਹੋਈ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਠੀਕ ਹੈ ਜੀ ਅਸੀਂ ਇਹਦੇ 'ਤੇ ਅਮਲ ਕਰਾਂਗੇ। ਹੁਣ ਇਲੈਕਸ਼ਨ ਕਮਿਸ਼ਨ ਨੇ ਕਹਿ ਦਿੱਤਾ, ਲੇਕਿਨ ਹਕੂਮਤੀ ਹਲਕਿਆਂ ਵਿੱਚੋਂ ਕੁਝ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਹੁਣ ਸਪੀਕਰ ਦੇ ਕੋਲ ਇਹ ਮਾਮਲਾ ਆਏਗਾ ਤੇ ਸਪੀਕਰ ਤੈਅ ਕਰਨਗੇ, ਯਾਨੀ ਕੌਮੀ ਅਸੈਂਬਲੀ ਦੇ ਜਿਹੜੇ ਸਪੀਕਰ ਨੇ ਯਾਦ ਸਾਦਕ, ਉਹ ਤੈਅ ਕਰਨਗੇ ਕਿ ਮਖਸੂਸ ਨਸ਼ਿਸਤਾਂ ਦੇ ਉੱਤੇ PTI ਦੇ ਮੈਂਬਰਸ ਨੂੰ ਅਸੈਂਬਲੀ ਦੇ ਵਿੱਚ ਆਉਣ ਦੇਣਗੇ ਕਿ ਨਹੀਂ ਆਉਣ ਦੇਣਗੇ। ਯਾਨੀ ਹੁਣ ਇਲੈਕਸ਼ਨ ਕਮਿਸ਼ਨ ਤੋਂ ਬਾਅਦ ਸਪੀਕਰ ਦੇ ਉੱਤੇ ਇਹ ਜ਼ਿੰਮੇਵਾਰੀ ਪਾਈ ਜਾ ਰਹੀ ਹੈ ਕਿ ਉਹ PTI ਨੂੰ ਅਸੈਂਬਲੀ ਦੇ ਵਿੱਚ ਆਉਣ ਤੋਂ ਰੋਕਣ। ਫਿਰ ਇਹਦੇ ਵਿੱਚ ਇਹ ਵੀ ਹੋਇਆ ਕਿ ਅਦਲੀਆ ਦੇ ਜਿਹੜੇ ਕੁਝ ਜੱਜਿਸ ਦੀ ਅਪਾਇੰਟਮੈਂਟ ਸੀ ਐਡਹਾਕ, ਉਹਨਾਂ ਦੇ ਮਾਮਲੇ ਦੇ ਉੱਤੇ ਵੀ ਗੱਲ ਹੋਈ ਕਿ ਐਡਹਾਕ ਜੱਜਿਸ ਦਾ ਤਕਰਰੀ ਦੀ ਨੌਬਤ ਕਿਉਂ ਆਈ। ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦਾ ਕਹਿਣਾ ਹੈ ਕਿ ਜਨਾਬ ਬਹੁਤ ਸਾਰੇ ਕੇਸ ਐਸੇ ਪਏ ਨੇ ਜਿਹੜੇ ਸੁਣੇ ਨਹੀਂ ਜਾ ਰਹੇ, ਜੱਜਾਂ ਦੀ ਤਾਦਾਦ ਘੱਟ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਉਹ ਕੇਸ ਜਲਦੀ ਜਲਦੀ ਸੁਣੇ ਜਾਣ। ਇਸ ਵਾਸਤੇ ਐਡਹਾਕ ਯਾਨੀ ਆਰਜ਼ੀ ਜੱਜ ਜਿਹੜੇ ਨੇ ਉਹਨਾਂ ਦੀ ਲਿਆਉਣ ਦੀ ਜ਼ਰੂਰਤ। ਇਹ ਉਹ ਜੱਜ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇ ਸੁਪਰੀਮ ਕੋਰਟ ਦੇ ਵਿੱਚੋਂ ਤੇ ਉਹਨਾਂ ਨੂੰ ਦੁਬਾਰਾ ਲਿਆਂਦਾ ਜਾ ਰਿਹਾ। ਤੇ ਉਹਦੇ ਵਿੱਚ ਜਿਹੜੇ ਜੱਜਾਂ ਦੀ ਹੈਗੀ ਸੀ ਆਉਣ ਦੀ, ਉਹਨਾਂ 'ਚੋਂ 3-4 ਨੇ ਤਾਂ ਇਨਕਾਰ ਕੀਤਾ, ਫਿਰ 1-2 ਨੂੰ ਰਾਜ਼ੀ ਕੀਤਾ ਗਿਆ ਤੇ ਇੱਕ ਜੱਜ ਵੈਸੇ ਹੀ ਰਾਜ਼ੀ ਸਨ। ਤੇ ਉਹ 2-3 ਜੱਜ ਜਿਹੜੇ ਤਿਆਰ ਕੀਤੇ ਗਏ ਨੇ ਉਹਨਾਂ ਦੀ ਅਪਾਇੰਟਮੈਂਟ ਦਾ ਰੌਲਾ ਬਣ ਗਿਆ। ਹੁਣ ਤਹਿਰੀਕ ਇਨਸਾਫ ਕਹਿੰਦੀ ਹੈ ਕਿ ਇਹ ਜੱਜ ਇਸ ਵਾਸਤੇ ਲਿਆਏ ਜਾ ਰਹੇ ਨੇ ਕਿਉਂਕਿ ਕਾਜ਼ੀ ਫਾਇਜ਼ ਹਿੱਸਾ ਜਿਹੜੇ ਨੇ ਚੀਫ ਜਸਟਿਸ, ਉਹ ਜ਼ਹਿਨੀ ਤੌਰ 'ਤੇ ਇਕੱਲੇ ਰਹਿ ਗਏ ਨੇ ਤਹਿਰੀਕ ਇਨਸਾਫ ਦੇ, ਯਾਨੀ ਖਿਲਾਫ ਜ਼ੇਨ ਹੈ ਉਹਨਾਂ ਦਾ। ਤੇ ਉਹ ਚਾਹੁੰਦੇ ਨੇ ਕਿ ਤਹਿਰੀਕ ਇਨਸਾਫ ਦੇ ਖਿਲਾਫ ਜ਼ੇਨ ਵਾਲੇ ਜਿਹੜੇ ਜੱਜ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਹੋਰ ਲਿਆਂਦੇ ਜਾਣ ਤਾਂ ਕਿ ਅੱਗੇ ਜਿਹੜੇ ਵੱਡੇ ਬੈਂਚ ਬਣਨ ਤੇ ਉਹਨਾਂ ਦੇ ਵਿੱਚ ਉਹ ਜੱਜ ਵੀ ਬਿਠਾਏ ਜਾਣ ਤੇ ਉਹ ਫਿਰ ਫੈਸਲਾ ਜਦੋਂ ਜੱਜਾਂ ਦੀ ਗਿਣਤੀ ਦਾ ਹੋਵੇ, ਰਾਏ ਦਾ ਹੋਵੇ, ਵੋਟ ਦਾ ਹੋਵੇ ਤੇ ਫਿਰ ਉਹ ਤਹਿਰੀਕ ਇਨਸਾਫ ਦੇ ਖਿਲਾਫ ਜਾਣ ਤੇ ਮੁਸਲਿਮ ਲੀਗ ਨੂਨ ਨੂੰ ਔਰ ਉਹਦੀ ਹਕੂਮਤ ਨੂੰ ਤਹਫ਼ੁਜ਼ ਮਿਲ ਸਕੇ। ਇਹ ਤਹਿਰੀਕ ਇਨਸਾਫ ਦਾ ਕਹਿਣਾ। ਤੇ ਇਸੇ ਤਰ੍ਹਾਂ ਹੀ ਇਹ ਤਾਸੁਰ ਇਹ ਜਾਂਦਾ ਹੈ ਇਸ ਸਾਰੀ ਗੱਲ ਤੋਂ ਬਾਅਦ, ਹਕੂਮਤ ਵੀ ਜ਼ਾਹਿਰ ਹੈ ਇਹਦੇ ਵਿੱਚ ਸ਼ਾਮਲ ਹੈ। ਤੇ ਲੱਗਦਾ ਇੰਝ ਵੀ ਕਿ ਹੁਣ ਫੈਸਲੇ ਜਿਹੜੇ ਪਾਕਿਸਤਾਨ ਦੇ ਵਿੱਚ ਕਾਨੂੰਨ ਤੇ ਆਇਨ ਦੇ ਤਹਿਤ ਨਹੀਂ ਬਲਕਿ ਜੱਜਾਂ ਦੇ ਧੜਿਆਂ ਦੇ ਜ਼ਰੀਏ ਕੀਤੇ ਜਾਣਗੇ ਕਿ ਕਿਹਦਾ ਧੜਾ ਜ਼ਿਆਦਾ ਹੈ, ਕਿਹਦਾ ਧੜਾ ਸਟਰੋਂਗ ਹੈ, ਉਹ ਧੜਾ ਜਿਹੜਾ ਹੈ ਉਹ ਉਸ ਦੇ ਹੱਕ 'ਚ ਫੈਸਲਾ ਦੇਵੇਗਾ। ਤੇ ਇਹ ਜਿਹੜਾ ਤਾਸੁਰ ਹੈਗਾ ਵੇ ਅਮਲੀ ਤੌਰ 'ਤੇ ਤਸਵੀਰ ਹੋ ਸਕਦਾ ਨਾ ਇੰਝ ਹੋਵੇ, ਲੇਕਿਨ ਇਹ ਜਿਹੜਾ ਤਾਸੁਰ ਲੋਕਾਂ ਦੇ ਵਿੱਚ ਜਾ ਰਿਹਾ ਇਹਦੇ ਤੋਂ ਇਹ ਹੋ ਰਿਹਾ ਕਿ ਲੋਕਾਂ ਦਾ ਕਾਨੂੰਨ ਤੇ ਆਇਨ ਤੋਂ ਜਿਹੜਾ ਇਤਬਾਰ ਪਹਿਲੇ ਹੀ
ਜਿਹੜਾ ਮੁਤਜ਼ਲਜ਼ਲ ਹੋ ਚੁੱਕਿਆ ਉਹ ਹੋਰ ਕਾਇਮ ਨਹੀਂ ਰਹੇਗਾ। ਤੇ ਇਹ ਸੂਰਤ ਹਾਲ ਐਸੇ ਮੁਲਕ ਦੇ ਵਾਸਤੇ ਪਰੇਸ਼ਾਨ ਕੁਨ ਨੇ ਜਿੱਥੇ ਇਨਸਾਫ ਨਾ ਮਿਲਣ ਦੇ ਪਹਿਲੇ ਹੀ ਬੜੀਆਂ ਸ਼ਿਕਾਇਤਾਂ ਨੇ, ਜਿੱਥੇ ਪਹਿਲੇ ਹੀ ਥੱਲੇ ਤਬਕਾਤ ਨੂੰ ਇਹ ਸ਼ਿਕਾਇਤ ਹੈ ਕਿ ਬਲਾਈ ਤਬਕਾਤ ਜਿਹੜੇ ਨੇ ਉਹ ਇਖਤਿਆਰ ਵੀ ਇਸਤੇਮਾਲ ਕਰਨ ਡਏ ਨੇ, ਵਸਾਇਲ ਵੀ ਮੁਲਕ ਦੇ ਇਸਤੇਮਾਲ ਕਰਨ ਡਏ ਨੇ, ਔਰ ਇੱਕ ਜਬਰ ਜਿਹੜਾ ਹੈ ਉਹ ਨਿਚਲੇ ਤਬਕਾਤ ਦੇ ਉੱਤੇ ਉਹਨਾਂ ਦਾ ਕਾਇਮ। ਫਿਰ ਅਸੀਂ ਇਹ ਵੀ ਵੇਖਦੇ ਹਾਂ ਕਿ PTI ਦੀ ਦੇ ਉੱਤੇ ਜਿਹੜੀ ਪਾਬੰਦੀ ਦੀ ਖਾਹਿਸ਼ ਹੈ, ਹਕੂਮਤ ਦੀ ਇਹ ਖਾਹਿਸ਼ ਬਹੁਤ ਮਜ਼ਬੂਤ ਹੈ। ਹਕੂਮਤ ਚਾਹੁੰਦੀ ਹੈ ਕਿ PTI ਦੇ ਉੱਤੇ ਪਾਬੰਦੀ ਹੋਵੇ। ਅਸੀਂ ਕੱਲ੍ਹ ਵੇਖਿਆ ਮਰੀਮ ਨਵਾਜ਼ ਨੇ ਵੀ ਕੋਈ ਤਕਰੀਬਾਤ 'ਤੇ ਖਿਤਾਬ ਕਰਦੇ ਹੋਏ ਕੁਝ ਐਸੀਆਂ ਗੱਲਾਂ ਕੀਤੀਆਂ ਨੇ ਕਿ ਜੀ ਇਹ ਅਦਾਲਤਾਂ ਛੱਡੀ ਜਾ ਰਹੀਆਂ ਨੇ, ਜਿਹੜੇ ਬੰਦੇ ਫੜੇ ਹੋਏ ਸਨ ਔਰ ਉਹਨਾਂ ਨੂੰ ਕਿਉਂ, ਔਰਤਾਂ ਨੂੰ ਕਿਉਂ ਛੱਡਣ ਜਾਣ ਡੇ। ਖੈਰ ਇਹ ਕਾਨੂੰਨੀ ਮਾਮਲਾ ਤੇ ਅਦਾਲਤਾਂ ਜਾਣਨ ਤੇ ਉਹ ਲੋਕ ਜਾਣਨ ਜਿਹੜੇ ਇਹ ਮੁਕੱਦਮਾ ਲੜਨ ਡਏ ਨੇ। ਲੇਕਿਨ ਇਹਦੇ ਤੋਂ ਇਹ ਜ਼ਰੂਰ ਲੱਗਦਾ ਹੈ ਕਿ ਮੁਸਲਿਮ ਲੀਗ ਦੀ ਜਿਹੜੀ ਕਿਆਦਤ ਹੈ ਉਹਨੂੰ ਅਦਾਲਤਾਂ ਤੋਂ ਹੁਣ ਇੱਕ ਸ਼ਿਕਾਇਤ ਪੈਦਾ ਹੋ ਗਈ ਹੈ ਕਿ ਉਹਨਾਂ ਦੇ ਸਿਆਸੀ ਮੁਖਾਲਫੀਨ ਜਿਹੜੇ ਨੇ ਉਹਨਾਂ ਦੀ ਉਹ ਸ਼ਿਕਾਇਤ ਕਿਉਂ ਸੁਣਦੀਆਂ ਨੇ ਅਦਾਲਤਾਂ। ਇਹ ਸ਼ਿਕਾਇਤ ਪੈਦਾ ਹੋਈ ਤੇ ਹਕੂਮਤ ਦੇ ਅਕਤੂਬਰ ਦੇ ਵਿੱਚ ਜਾਣ ਦੀ ਜਨਾਬ ਜਿਹੜੀ ਇਹ ਪੇਸ਼ਨ ਗੋਈ ਕਿ ਇਹ ਜਿਹੜਾ ਅਕਤੂਬਰ ਆ ਰਿਹਾ ਹੈ, ਅਗਲੇ 3 ਕੁ ਮਹੀਨੇ ਦੇ ਵਿੱਚ ਅਕਤੂਬਰ ਆ ਜਾਏਗਾ ਤੇ ਅਕਤੂਬਰ ਦੇ ਵਿੱਚ ਹਕੂਮਤ ਜਾ ਸਕਦੀ ਹੈ। ਇਹ ਐਡੀ ਮਜ਼ਬੂਤ ਅਫਵਾਹ ਜਾਂ ਪੇਸ਼ਗੋਈ ਕਹਿ ਲਵੋ ਜਾਂ ਇੱਕ ਬਹਿਸ ਸ਼ੁਰੂ ਹੋ ਗਈ ਹੈ ਕਿ ਇਹਦੇ ਸਾਨੂੰ ਝਟਕੇ ਜਿਹੜੇ ਨੇ ਹਰ ਸਤ੍ਹਾ ਦੇ ਉੱਤੇ, ਇੰਤਜ਼ਾਮੀ ਸਤ੍ਹਾ ਦੇ ਉੱਤੇ, ਹਕੂਮਤੀ ਸਤ੍ਹਾ ਦੇ ਉੱਤੇ ਮਹਿਸੂਸ ਹੋ ਰਹੇ ਨੇ। ਔਰ ਇਹ ਲੱਗਣ ਡਿਆ ਹੈ ਕਿ ਪਾਕਿਸਤਾਨ ਦੇ ਵਿੱਚ ਬਹੁਤ ਸਾਰੀ ਫੋਰਸਿਸ ਜਿਹੜੀਆਂ ਨੇ ਉਸ ਤੋਂ ਪਹਿਲੇ ਆਪਣਾ ਜਿਹੜਾ ਜ਼ਾਤੀ ਇੰਤਕਾਮ ਹੈ, ਜ਼ਾਤੀ ਹਿਸਾਬ ਕਿਤਾਬ ਹੈ, ਇੱਕ ਦੂਜੇ ਦੇ ਨਾਲ ਮਾਮਲਾਤ ਨੇ ਉਹ ਨਿਬੇੜਨ ਦੀ ਕੋਸ਼ਿਸ਼ ਕਰਨ ਡਈਆਂ ਨੇ। ਤੇ ਸਕੂਨ ਸਾਨੂੰ ਜਾਂ ਤਸੱਲੀ ਸਾਨੂੰ ਤਾਂ ਹੁੰਦੀ ਕਿ ਅਗਰ ਇਹ ਵਾਲੀ ਸੂਰਤ ਹਾਲ ਦੇ ਉੱਤੇ ਵੀ ਆ ਕੇ ਇਹ ਨਿਬੇੜਨ ਦੇ ਵਾਸਤੇ ਅਗਰ ਪੁਰਅਮਨ ਰਾਸਤਾ ਇਖਤਿਆਰ ਕਰਦੇ, ਮੁਜ਼ਾਕਰਾਤ ਦਾ ਤਰੀਕਾ ਇਖਤਿਆਰ ਕਰਦੇ, ਸਿਆਸੀ ਫਰਾਸਤ ਦਾ ਇਸਤੇਮਾਲ ਕਰਦੇ ਜਿਵੇਂ ਕਿ ਜਮਹੂਰੀ ਮੁਆਸ਼ਰਿਆਂ ਦੇ ਵਿੱਚ ਹੁੰਦਾ ਹੈ, ਤੇ ਫਿਰ ਤਾਂ ਠੀਕ ਸੀ। ਲੇਕਿਨ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਇਹ ਆਪਣੇ ਹਿਸਾਬ ਕਿਤਾਬ ਬਦਲੇ ਲੈਣ ਵਾਸਤੇ ਮੁਜ਼ਾਕਰਾਤ ਦੀ ਬਜਾਏ, ਗੱਲਬਾਤ ਦੀ ਬਜਾਏ, ਮੁਆਹਿਦਿਆਂ ਦੀ ਬਜਾਏ ਇਹ ਤਸ਼ੱਦਦ ਤਸਾਦਮ ਦੇ ਉੱਤੇ ਸਾਰੀਆਂ ਕੁਵਤਾਂ ਉਤਰੀਆਂ ਨੇ, ਸਾਰੀਆਂ ਪਾਰਟੀਆਂ ਵੀ, ਤੇ ਉਹਦਾ ਨਤੀਜਾ ਉਹਦੇ ਕੋਲ ਤੁਸੀਂ ਚੰਗਾ ਨਤੀਜਾ ਕਿਵੇਂ ਰੱਖੋਗੇ? ਮੁਲਕ ਦੇ ਹਾਲਾਤ ਜਿਹੜੇ ਨੇ ਉਹ ਕਿਸੇ ਪਾਸੇ ਚੰਗੇ ਲੱਗ ਜਾਂਦੇ ਨਜ਼ਰ ਨਹੀਂ ਆਉਂਦੇ। ਸਾਨੂੰ ਦੱਸਿਆ ਜਾਂਦਾ ਹੈ ਕਿ ਨਹੀਂ ਜੀ ਕੋਈ ਐਸੀ ਫਿਕਰਮੰਦੀ ਵਾਲੀ ਗੱਲ ਨਹੀਂ, ਕੋਈ ਐਸੀ ਗੱਲ ਨਹੀਂ। ਲੇਕਿਨ ਅਸੀਂ ਸਟਾਕ ਮਾਰਕੀਟ ਨੂੰ ਵੇਖੀਏ, ਅਸੀਂ ਬੈਰੂਨੀ ਸਰਮਾਇਆਕਾਰਾਂ ਨੂੰ ਵੇਖੀਏ, ਅਸੀਂ ਇੱਥੇ ਵੱਧਦੀ ਹੋਈ ਬੇਰੁਜ਼ਗਾਰੀ ਨੂੰ ਵੇਖੀਏ, ਅਸੀਂ ਇੱਥੇ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰਿਆਂ ਦੀ ਜਿਹੜੀ ਹੈ ਉਹ ਜਬਰ ਨੂੰ ਵੇਖੀਏ, ਅਸੀਂ ਅਦਾਲਤਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹਨੂੰ ਵੇਖੀਏ, ਅਸੀਂ ਹਕੂਮਤੀ ਕਾਰਕਰਦਗੀ ਨੂੰ ਵੇਖੀਏ, ਅਸੀਂ ਜਿਹੜੇ ਪੈਟਰੋਲ ਦੀਆਂ ਕੀਮਤਾਂ, ਬਿਜਲੀ ਦੇ ਬਿੱਲ, ਅਸੀਂ ਉਹਨਾਂ ਨੂੰ ਵੇਖੀਏ, ਅਸੀਂ ਬੇਰੁਜ਼ਗਾਰੀ ਤੇ ਲੋਕਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਵੇਖੀਏ, ਤੇ ਤੁਸੀਂ ਦੱਸੋ ਕਿ ਕਿਤੇ ਵੀ ਸਕੂਨ ਔਰ ਤਸੱਲੀ ਮਹਿਸੂਸ ਹੁੰਦੀ? ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤਕਾਜ਼ਾ ਕਰਦੀਆਂ ਕਿ ਪਾਕਿਸਤਾਨ ਦੀ ਸੁਸਾਇਟੀ ਨੂੰ ਇੱਕ ਨਵਾਂ ਇਮਰਾਨੀ ਮੁਆਹਿਦਾ, ਨਵਾਂ ਕਨਸਟੀਟਿਊਸ਼ਨ ਚਾਹੀਦਾ ਹੈ ਔਰ ਸਿਆਸੀ ਫੋਰਸਿਸ, ਇਦਾਰਿਆਂ ਨੂੰ ਸਾਰਿਆਂ ਨੂੰ ਮਿਲ ਕੇ ਮੁਲਕ ਦੀ ਜਿਹੜੀ ਬਦਅਮਨੀ ਹੈ ਇਹਦੇ ਖਾਤਮੇ ਵਾਸਤੇ ਮਿਲ ਕੇ ਕੁਝ ਹਿਕਮਤ ਅਮਲੀ ਬਣਾਉਣੀ ਚਾਹੀਦੀ, ਇਸਤਹਿਕਾਮ ਲਿਆਉਣਾ ਚਾਹੀਦਾ। ਅਗਰ ਇਹ ਨਾ ਬੈਠੇ ਤੇ ਫਿਰ ਸਾਨੂੰ ਤਾਂ ਜੋ ਕੁਝ ਨਜ਼ਰ ਆ ਰਿਹਾ, ਲੇਕਿਨ ਮੇਰਾ ਖਿਆਲ ਹੈ ਕਿ ਇਹ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਤੇ ਇਹਨਾਂ ਨੂੰ ਅਹਿਸਾਸ ਹੋਣਾ ਵੀ ਨਹੀਂ। ਤੇ ਜਿੰਦੇ ਰਹੋ, ਵਸਦੇ ਰਹੋ, ਤੁਹਾਨੂੰ ਇੱਕ ਲਮਹਾ ਫਿਕਰੀਆ ਦਿੰਦਾ ਜਾ ਰਿਹਾ ਹਾਂ। ਤੇ ਜ਼ਿੰਦਾ ਰਹੋ, ਜਵੇਦ ਰਹੋ ਔਰ ਜਨਾਬ ਸਬਸਕ੍ਰਾइब करते रहो।